नानक एकी बाहरी होर दूजी नाई जाए। सो करे जित सै रजाए, सो करे जित सै रजाए। सुध जुगो जुगो टल सतगुरु धन गुरु ग्रंथ ਸਾਹਿਬ महाराज सच्चे पातशाह जी का कोटान कोट शुक्र है, जिन्हों ने अपार मेहर बख्शिश करके अमृत वेले अपनी पवित्र चरण शरण में शब्द गुरबाणी नाल जुड़ करके सत्संग दे लाहे बख्शे। गरीब नवाज सरबत दा पढ़िया सुनिया लिखे लाउण गुरु चरणों नाल बण आवे। आओ सरवण करिए लड़ीवार गो शब्द विचार सत्कारयोग ज्ञानी दविंदर सिंह जी होरां पासों। वाहिगुरू जी का खालसा वाहिगुरू जी की फतेह। श्लोक महला तीजा। ए मान हर जी ध्याए तू, एक मन एक चित पाए। हर कीयां सदा सदा वड्याइयां दे ना पछोताए। हों हर का सद बलिहारण, जित सेवे सुख पाए। नानक गुरमुख मिल रहा, हमें शब्द जलाए। नानक गुरमुख मिल रहा, हमें शब्द जलाए। वाहिगुरू जी का खालसा वाहिगुरू जी की फतेह। धन धन ਸਾਹਿਬ महाराज सच्चे पातशाह जीओ। श्री गुरु ग्रंथ ਸਾਹਿਬ ਸਾਹਿਬਾਂ ਦੀ पावन पवित्र हजूरी अंदर जुड़ बैठी गुरु दे प्यार वाली गुरु दी साजी नवाजी साध संगत जी। सतगुरां दी अपर अपार मेहर किरपा रहमत बख्शिश दा सदका सो अज आपां सारे गुरु चरनां विच जुड़ के बैठे हैं। दशमेश पिता धन धन साहिब श्री गुरु गोबिंद सिंह जी महाराज सच्चे पातशाह जी का पावन पवित्र प्रकाश गुरपुरब। गुरु साहब जी की कृपा हुई है। अमृत वेले तो नितनेम दीयां बाणियां दे जाप होए। आशा जी की वार दे कीर्तन सरवण कीते ने। उपरंत लड़ीवार शब्द की विचार सरवण करन लई महाराज के चरनां च बैठे हैं। ये पावन शब्द 653 अंक ते है। 29वां शब्द है। सोरठ की वार का आखिरी शब्द है। इस विच भी 2 श्लोक ते 1 पौड़ी है। श्लोक गुरु अमरदास सच्चे पातशाह जी का पहला भी ते दूजा भी, पौड़ी जिहड़ी है वो गुरु रामदास जी की है। ए मानो हर जी ध्याए तू, एक मन एक चित पाए। अपने मन नूं उपदेश है। जदों रब नूं ध्याउणा है ना ते मन नूं तां तैयार करना पैंदा है, फिर मन ध्याउंदा है। मन नूं तैयार कौन करदा? मन खुद ही अपने आप नूं तैयार करदा है। कोई दूसरा मन नूं कित्थे समझा सकदा है? जदों गुरु किरपा करदा है ना सो सानू विवेक बुद्ध दिंदा है, भी तद करके असीं अपने मन नूं समझा सकीए। विवेक बुद्ध सतगुर ते पाई। विवेक बुद्ध तो भाव हुंदा निर्मल बुद्ध, पवित्र बुद्ध। वो बुद्धि जिस दी बदौलत सानू समझ पैंदी है कि रब ईश ते परमात्मा
ਇਹ ਜੀਵ, ਈਸ਼ ਤੇ ਜੀਵ ਇਹ ਇੱਕ ਨੇ। ਇਹਦੀ ਸੋਝੀ ਫਿਰ ਵਿਵੇਕ ਬੁੱਧ ਤੋਂ ਪ੍ਰਾਪਤ ਹੁੰਦੀ, ਉਂਝ ਨਹੀਂ ਪ੍ਰਾਪਤ ਹੁੰਦੀ। ਜਦੋਂ ਪਾਠ ਕਰਦੇ ਹਾਂ ਉਸ ਵੇਲਾ ਮਨ ਦੌੜਦਾ ਭੱਜਦਾ ਨਹੀਂ, ਚਿੱਤ ਲੱਗਦਾ। ਜੇ ਮਨ ਨੂੰ ਸਮਝਾ ਲਿਆ ਜਾਵੇ ਤਾਂ ਬਾਣੀ 'ਚੋਂ ਆਨੰਦ ਬੜਾ ਆਉਂਦਾ। ਦਸ਼ਮੇਸ਼ ਪਿਤਾ ਨੇ ਜੋ ਆਪਣੀ ਸਵੈ ਕਥਾ ਲਿਖੀ ਹੈ ਮਹਾਰਾਜ ਨੇ, ਹੋਰ ਜਿੰਨੇ ਵੀ ਅਵਤਾਰ ਹੋਏ ਨੇ ਕਿਸੇ ਨੇ ਵੀ ਆਪਣੀ ਸਵੈ ਕਥਾ ਨਹੀਂ ਲਿਖੀ, ਗੁਰੂ ਕਲਗੀਧਰ ਮਹਾਰਾਜ ਨੇ ਲਿਖੀ ਹੈ। ਸਬਤ ਸਰਿੰਗ ਸੋਭਤ ਹੈ ਜਹਾਂ, ਸੋ ਜਿੱਥੇ ਕਹਿੰਦੇ 7 ਚੋਟੀਆਂ ਨੇ ਪਹਾੜ ਦੀਆਂ, ਤੇ ਹੇਮਕੁੰਡ ਪਰਬਤ ਹੈ ਜਹਾਂ। ਸਬਤ ਸਰਿੰਗ ਸੋਭਤ ਹੈ ਤਹਾਂ, ਹੇਮਕੁੰਡ ਪਰਬਤ ਹੈ ਜਹਾਂ। ਤੈ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ, ਕਾਲ ਕਾ ਰਾਧੀ। ਕਾਲ ਦਾ ਵੀ ਜਿਹੜਾ ਕਾਲ ਹੈ, ਇੱਥੇ ਕਾਲ ਕਾ ਦੇਵੀ ਦਾ ਜ਼ਿਕਰ ਨਹੀਂ, ਕਾਲ ਦਾ ਜੋ ਕਾਲ ਹੈ ਉਹਨੂੰ ਮਹਾਕਾਲ ਕਿਹਾ ਜਾਂਦਾ ਹੈ। ਮਹਾਕਾਲ ਕੌਣ ਹੋ ਸਕਦਾ? ਕੇਵਲ ਰੱਬ ਹੈ, ਪਰਮਾਤਮਾ ਹੈ। ਸੋ ਇੱਥੇ ਇੰਨਾ ਤਪ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਲਿਖਦੇ, ਕਹਿੰਦੇ ਦਵੈ ਤੇ ਏਕ ਰੂਪ ਹਵੈ ਗਇਓ, ਦੋ ਤੋਂ ਇੱਕ ਰੂਪ ਹੋਇਆ। ਕਹਿੰਦੇ ਚਿਤ ਨਾ ਭਇਓ ਹਮਰੋ ਆਵਨ ਕੈ, ਉਹਦਾ ਕਾਰਨ ਸੀ ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸੋ ਮਨ ਦਾ ਚੁੱਭਣਾ, ਮਨ ਜਿਹੜਾ ਗੱਡ ਹੋ ਜਾਵੇ ਸੱਚ ਦੇ ਵਿੱਚ, ਮਨ ਸੱਚ ਹੀ ਗੱਡਿਆ ਜਾਂਦਾ, ਵਿੱਚ ਸੱਚਾ ਕੂੜ ਨਾ ਗੱਡੇ। ਮਹਾਰਾਜ ਨੇ ਬਾਣੀ ਕਹਿੰਦੀ ਦੇਖੋ ਕੁੰਦਰ ਜਾਸ, ਕਹਿੰਦੇ ਦੇਖ ਲਓ ਯਤਨ ਕਰਕੇ, ਸੱਚ ਦੇ ਵਿੱਚ ਸੱਚ ਹੀ ਗੱਡ ਹੁੰਦਾ। ਸੱਚ ਦੇ ਵਿੱਚ ਕਦੀ ਝੂਠ ਨਹੀਂ ਗੱਡ ਹੁੰਦਾ, ਕੂੜ ਨਹੀਂ ਕਦੀ ਗੱਡ ਹੁੰਦਾ। ਪਹਿਲੋਂ ਮਨ ਪਵਿੱਤਰ ਹੋਵੇ ਤੇ ਫਿਰ ਸੱਚ ਦੇ ਵਿੱਚ ਗੱਡਿਆ ਜਾਂਦਾ ਹੈ। ਸੋ ਜਦੋਂ ਇੰਨਾ ਮਨ ਗੱਡਿਆ ਗਿਆ ਤੇ ਪਰ ਇਸ ਸੰਸਾਰ ਦੇ ਵਿੱਚ ਆਉਣਾ ਵੀ ਸੀਗਾ। ਅਕਾਲ ਪੁਰਖ ਨੇ ਜਦੋਂ ਭੇਜਿਆ, ਉੱਥੇ ਮਹਾਰਾਜ ਆਪ ਲਿਖਦੇ, ਕਹਿੰਦੇ ਪਰਮਾਤਮਾ ਨੇ ਸਾਨੂੰ ਜਦੋਂ ਸੱਚਖੰਡ ਵਿੱਚ ਬੁਲਾਇਆ, ਜਿਉਂ ਤਿਉਂ ਕਰ ਪ੍ਰਭ ਮੋਹਿ ਸਮਝਾਇਆ। ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚਰ ਕਰ ਬੇਕੋ ਸਾਜਾ। ਪੰਥ ਚਲਾਉਣਾ ਆਪਣਾ ਪੁੱਤਰ ਬਣਾ ਕੇ ਭੇਜਦਾ। ਤੇ ਫਿਰ ਵੀ ਕਹਿੰਦੇ ਮੈਂ ਠਾਣ ਪਿਓ ਮੈਂ ਜੋਰ ਕਰ ਬਚਨ ਕਾਂ ਸਿਰ ਨਿਆਏ, ਪੰਥ ਚਲਾਇਆ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਸੋ ਇੰਨੀਆਂ ਸ਼ਕਤੀਆਂ ਦੇ ਮਾਲਕ ਹੋਣ ਦੇ ਬਾਵਜੂਦ, ਇੰਨਾ ਤਪ ਕਰਨ ਦੇ ਬਾਵਜੂਦ ਵੀ ਫਿਰ ਵੀ ਅਕਾਲ ਪੁਰਖ ਨੂੰ ਕਹਿੰਦੇ ਵੀ ਤੇਰੇ ਤੋਂ ਬਿਨਾਂ ਕੱਖ ਨਹੀਂ ਹੋਣਾ, ਤੂੰ ਕਿਰਪਾ ਕਰੇਂਗਾ ਫੇਰ ਕਿਤੇ ਜਾ ਕੇ ਪੰਥ ਸਾਜਿਆ ਜਾ ਸਕਦਾ, ਤਾਂ ਪੰਥ ਨਹੀਂ ਸਾਜਿਆ ਜਾ ਸਕਦਾ। ਸੋ ਉਹੀ ਬਾਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਹੁਣ ਸਾਨੂੰ ਸਮਝਾ ਰਹੇ, ਕਹਿੰਦੇ ਇਹ ਮਨ ਹਰ ਜੀ ਧਿਆਈ ਤੂੰ, ਇੱਕ ਮਨ ਇੱਕ ਚਿੱਤ ਪਾਈ। ਜਿੰਨਾ ਚਿਕਰ ਇੱਕ ਮਨ ਇੱਕ ਚਿੱਤ ਨਹੀਂ ਹੁੰਦਾ, ਉਹਨਾਂ ਚਿਕਰ ਉਹਨੂੰ ਧਿਆਇਆ ਨਹੀਂ ਜਾ ਸਕਦਾ ਜੀ। ਇੱਕ ਮਨ ਇੱਕ ਚਿੱਤ ਹੁੰਦਾ ਕਿਵੇਂ ਹੈ? ਮਨ ਦੇ ਵਿੱਚ ਭੁੱਖ ਹੋਵੇ ਬੰਦਗੀ ਦੀ, ਭਾਏ ਭੁੱਖ ਨੂੰ ਕਿਹਾ ਜਾਂਦਾ। ਮਨ ਵਿੱਚ ਪਾਠ ਕਰਨ ਦੀ, ਨਾਮ ਜਪਣ ਦੀ, ਬੰਦਗੀ ਕਰਨ ਦੀ ਭੁੱਖ ਚਾਹੀਦੀ ਹੈ। ਬੰਦੇ ਨੂੰ ਜਦੋਂ ਭੁੱਖ ਲੱਗਦੀ ਨਾ ਫੇਰ ਹੀ ਰੋਟੀ ਦਾ ਹੀਲਾ ਕਰਦਾ। ਜੇ ਭੁੱਖ ਨਾ ਲੱਗੇ ਤਾਂ ਰੋਟੀ ਵਾਸਤੇ ਕੁਝ ਨਾ ਕਰੇ ਜੀ। ਭੁੱਖ ਲੱਗਦੀ ਹੈ ਫੇਰ ਦੌੜ ਭੱਜ ਕਰਦਾ। ਸੋ ਲੋੜ ਬਣ ਗਈ ਨਾ, ਰੋਟੀ ਦੀ ਲੋੜ ਹੈ। ਠੀਕ ਇਸੇ ਤਰ੍ਹਾਂ ਨਾਮ ਸਾਡੀ ਲੋੜ ਬਣ ਜਾਵੇ, ਬਾਣੀ ਸਾਡੀ ਲੋੜ ਬਣ ਜਾਵੇ। ਜਦੋਂ ਬਾਣੀ ਦੀ ਭੁੱਖ ਲੱਗਦੀ ਹੈ ਨਾ ਤੇ ਫਿਰ ਬੰਦਗੀ ਕਰਦਾ, ਫਿਰ ਉੱਠਦਾ। ਕਈ ਤਾਂ ਫਿਰ ਰਾਤਾਂ ਨੂੰ ਸੌਂਦਾ ਹੀ ਨਹੀਂ, ਕਿਉਂਕਿ ਬਾਣੀ ਦੀ ਭੁੱਖ ਹੈ। ਇਹ ਭੁੱਖ ਵੱਧਦੀ ਜਾਂਦੀ ਹੈ। ਸੰਸਾਰ ਵੱਲੋਂ ਬੰਦਾ ਰੱਜ ਜਾਂਦਾ, ਪਰ ਨਾਮ ਵਾਲੇ ਪਾਸੇ ਤੋਂ ਭੁੱਖ ਹੋਰ ਵੱਧ ਜਾਂਦੀ ਹੈ। ਕਹਿੰਦਾ ਬਾਣੀ ਹੋਰ ਪੜ੍ਹ ਲਈਏ, ਹੋਰ ਨਾਮ ਜਪੇ। ਉੱਧਰ ਭੁੱਖ ਵੱਧ ਗਈ, ਸੰਸਾਰ ਵੱਲੋਂ ਰੱਜ ਗਿਆ। ਹੁਣ ਰੱਜਾ ਤ੍ਰਿਪਤ ਘਾਇ ਜੋ ਐਸੀ ਭੁੱਖ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਭਾਈ ਸੋ ਇੱਕ ਮਨ ਇੱਕ ਚਿੱਤ ਭਾਏ, ਇੱਦਾਂ ਉਹਦੀ ਅਰਾਧਨਾ ਕਰੋ ਪਾਰ ਬ੍ਰਹਮ ਪਰਮੇਸ਼ਰ ਦੀ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਪਾਰ ਬ੍ਰਹਮ ਪਰਮੇਸ਼ਰ ਦੀਆਂ ਤਾਂ ਵਡਿਆਈਆਂ ਹੀ ਆ ਜਿਹੜੀਆਂ ਉਹਨੇ ਸਾਨੂੰ ਦਿੱਤੀਆਂ ਹੋਈਆਂ। ਸਭ ਤੋਂ ਵੱਡੀ ਵਡਿਆਈ ਤਾਂ ਇਹੋ ਹੀ ਹੈ ਵੀ ਉਹ ਸਾਨੂੰ ਦਾਤ ਦੇ ਕੇ ਪਛਤਾਉਂਦਾ ਨਹੀਂ ਹੈ। ਅਤੇ ਪਤਾ ਨਹੀਂ ਕਿੰਨੀਆਂ ਕੁ ਵਡਿਆਈਆਂ, ਭਾਵ ਦਾਤਾਂ ਬਹੁਤ ਨੇ, ਹਰ ਇੱਕ ਦਾਤ ਵਿੱਚ ਉਹਦੀ ਵਡਿਆਈ ਹੈ। ਜੋ ਉਹਨੇ ਦਾਤ ਦਿੱਤੀ ਸਾਨੂੰ, ਮਨੁੱਖਾ ਦੇਹੀ ਦਿੱਤੀ ਹੈ, ਸਾਹ ਦਿੱਤੇ ਹੋਏ ਨੇ,
ਸੋ ਭਾਈ ਸਾਨੂੰ ਹਰ ਇੱਕ ਸਾਡੀ ਲੋੜ ਉਹ ਪੂਰੀ ਕਰਦਾ, ਹਰ ਇੱਕ ਦਾਤ ਸਾਨੂੰ ਦਿੰਦਾ, ਅਤੇ ਉਹਦੀ ਵਡਿਆਈ ਹੈ, ਪਛਤਾਉਂਦਾ ਨਹੀਂ। ਕਿਉਂ? ਕਿਉਂਕਿ ਅਸੀਂ ਦਾਤ ਲੈ ਕੇ ਉਹਨੂੰ ਭੁੱਲਦੇ ਹਾਂ। ਦਾਤ ਪਿਆਰੀ ਵਿਸਰਿਆ ਦਤਾਰਾ, ਨੇ ਤਾਂ ਮਹਾਰਾਜ ਨੇ ਲਿਖਣੇ ਨਹੀਂ ਸੀ ਇਹ ਬਚਨ, ਦਾਤ ਪਿਆਰੀ ਵਿਸਰਿਆ ਦਤਾਰਾ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਸਰਬੰਸ ਕੁਰਬਾਨ ਕਰਦੇ ਆ ਜੀ। ਮਹਾਰਾਜ ਸੱਚੇ ਪਾਤਸ਼ਾਹ ਨਿਗਾਹ ਮਾਰੋ, ਝਾਤੀ ਮਾਰੋ ਜੇ ਕਿਤੇ ਉਹਨਾਂ ਦੇ ਇਤਿਹਾਸ ਵੱਲ। ਉਹਨਾਂ ਨੇ ਜੋ ਕੁਝ ਉਹਨਾਂ ਦੇ ਕੋਲ ਸੀ ਸਾਰਾ ਕੁਝ ਸਾਡੇ ਤੋਂ ਵਾਰ ਦਿੱਤਾ। ਉਹ ਕਿਹੋ ਜਿਹਾ ਸੀਨ ਹੋਵੇਗਾ ਜਦੋਂ 9ਵੇਂ ਪਾਤਸ਼ਾਹ ਨੂੰ ਆਪਣੇ ਪਿਤਾ ਜੀ ਨੂੰ ਕਹਿੰਦੇ ਸੀ ਵੀ ਤੁਹਾਡੇ ਤੋਂ ਵੱਡਾ ਕਿਹੜਾ ਮਹਾਂਪੁਰਖ ਹੋ ਸਕਦਾ, ਤੁਸੀਂ ਹੀ ਸੋ ਇਹਨਾਂ ਦੀ ਬਾਂਹ ਫੜੋ, ਹੁਣ ਕੁਰਬਾਨੀ ਦਿਓ ਆਪਣੀ। ਸੋ ਉਮਰ ਕਿੰਨੀ ਸਾਰੀ, 9 ਸਾਲ। ਸੋ ਕਿਹਦੇ ਵਾਸਤੇ ਕੀਤਾ ਭਾਈ? ਭਾਈ ਲਕਾਈ ਸਮਾਜ ਦੇ ਭਲੇ ਵਾਸਤੇ ਕੀਤਾ, ਸਭਨਾਂ ਵਾਸਤੇ ਕੀਤਾ। ਜਿਹੜੇ ਗਰੀਬ ਸੀ, ਮਜ਼ਲੂਮ ਸੀ, ਉਹਨਾਂ ਵਾਸਤੇ ਕੀਤਾ ਹੈ। ਤਦ ਕਰਕੇ ਗਰੀਬ ਅਤੇ ਮਜ਼ਲੂਮ ਜਿਹੜੇ ਆ ਉਹਨਾਂ ਦੇ ਅੰਦਰ ਪਾਵਰ ਪੈਦਾ ਹੋ ਸਕੇ। ਸੱਚੇ ਪਾਤਸ਼ਾਹ ਜੀ ਨੇ ਜੋ ਕੁਝ ਵੀ ਕੀਤਾ, ਬਣਾਇਆ, ਸਭ ਕੁਝ ਸਾਡੀ ਝੋਲੀ ਪਾ ਦਿੱਤਾ। ਆਪਣਾ ਸਰਬੰਸ ਕੁਰਬਾਨ ਕਰ ਲਿਆ। 4 ਸਾਹਿਬਜ਼ਾਦੇ ਸ਼ਹੀਦ ਹੋ ਗਏ। 4 ਸਾਹਿਬਜ਼ਾਦੇ ਸ਼ਹੀਦ ਕਰਾਉਣ ਤੋਂ ਬਾਅਦ ਵੀ ਕਹਿੰਦੇ ਇਹਨੇ ਪੁੱਤਰਨ ਕੇ ਸੀਸ ਪਰ ਵਾਰ ਦੀ ਸੁਤਦਾਰ। 4 ਮੂਹੇ 'ਤੇ ਕਿਆ ਹੋਇਆ ਜੀਵਤ ਕਈ ਹਜ਼ਾਰ। ਪਾਤਸ਼ਾਹ ਕਹਿੰਦੇ ਸਭ ਕੁਝ ਸਾਨੂੰ ਹੀ ਤਾਂ ਦੇ ਦਿੱਤਾ, ਅਤੇ ਉਹ ਪਛਤਾਏ ਨਹੀਂ। ਅਤੇ ਅਸੀਂ ਹੁਣ ਪਤਾ ਵੀ ਹੈ ਸਾਰਾ ਕੁਝ ਸਾਨੂੰ ਇਹਨਾਂ ਗੱਲਾਂ ਦਾ ਵੀ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ, ਖਾਲਸਾ ਪੰਥ ਸਾਜਿਆ। ਅਤੇ ਇਹ ਵੀ ਮਹਾਰਾਜ ਦੇ ਬਚਨ ਨੇ, ਕਹਿੰਦੇ ਵੀ ਇਹ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਮਹਾਰਾਜ ਦੇ ਬਚਨ ਨੇ, ਆਪਣਾ ਨਹੀਂ ਕਿਹਾ ਉਹਨਾਂ ਨੇ, 10ਵੇਂ ਪਾਤਸ਼ਾਹ ਜੀ ਨੇ ਵੀ ਮੈਂ ਖਾਲਸਾ ਸਾਜਿਆ, ਬਲਕਿ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਹਾਂ ਖਾਲਸੇ ਕਾ ਖਾਲਸਾ ਮੇਰੋ, ਮੈਂ ਖਾਲਸੇ ਦਾ ਹਾਂ, ਖਾਲਸਾ ਮੇਰਾ, ਮੈਂ ਖਾਲਸੇ ਦਾ। ਕਹਿੰਦੇ ਖਾਲਸਾ ਮੇਰੋ ਸੱਜਣ ਸੂਰਾ ਸਾ, ਖਾਲਸਾ ਮੇਰੋ ਸਤਿਗੁਰੂ ਪੂਰਾ। ਕੋ ਕਹਿੰਦਾ ਇੱਦਾਂ ਮੈਂ ਖਾਲਸੇ ਨੂੰ ਸਤਿਗੁਰੂ, ਖਾਲਸੇ ਨੂੰ ਸੱਜਣ, ਖਾਲਸੇ ਨੂੰ ਸੂਰਾ। ਸਾਹਿਬ ਸੱਚੇ ਨੇ ਪਿੱਛੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਹੋਏ ਨੇ। ਸੋ ਕਿੱਡਾ ਵੱਡਾ ਪਰਉਪਕਾਰ ਸਾਡੇ 'ਤੇ ਕੀਤਾ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਅੱਜ ਸੋ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਹਾਂ ਜੀ, ਪੂਰੀ ਤਰ੍ਹਾਂ ਭੁੱਲ ਚੁੱਕੇ। ਕਾਹਦੇ ਵਾਸਤੇ? ਆਪਣੀਆਂ ਸੰਸਾਰਕ ਲੋੜਾਂ ਵਾਸਤੇ। ਯਤਨ ਜੋ ਆਪਣੇ ਲੈਵਲ 'ਤੇ ਕਰਦੇ ਹੈ, ਉਹ ਯਤਨ ਆਪਣੇ ਉਹ ਯਤਨ ਸਾਡੇ ਫਿਰ ਵੀ ਪੂਰੇ ਨਹੀਂ ਹੁੰਦੇ। ਬਾਣੀ ਤੋਂ ਬਿਨਾਂ ਪੂਰੇ ਹੋ ਜਾਣਗੇ? ਫਿਰ ਵੀ ਗੁਰਦੁਆਰੇ ਆਉਂਦੇ ਹਾਂ, ਬਾਣੀ ਦਾ ਸਹਾਰਾ ਲੈਂਦੇ ਹਾਂ, ਫਿਰ ਹੀ ਯਤਨ। ਸਾਡੀਆਂ ਲੋੜਾਂ ਤਾਂ ਆਹੀ ਆ ਵੀ ਹਾਂ ਵੀ ਚੰਗੀ ਕਮਾਈ ਹੋ ਜਾਵੇ, ਸੋਹਣਾ ਮਕਾਨ ਹੋ ਜਾਵੇ, ਪਰਿਵਾਰ ਵਧੀਆ ਹੋਵੇ, ਇੱਜ਼ਤ ਪੱਤ ਸਾਡੀ ਬਣੀ ਰਹੇ, ਬਸ ਆਹੀ ਸਾਡੀਆਂ ਲੋੜਾਂ ਨੇ। ਸੋ ਇਹਦੇ ਵਾਸਤੇ ਬਾਣੀ ਤੋਂ ਬਿਨਾਂ ਕੋਈ ਯਤਨ ਕਾਮਯਾਬ ਹੁੰਦਾ ਨਹੀਂ, ਯਤਨ ਕਾਮਯਾਬ ਹੁੰਦਾ। ਫਿਰ ਵੀ ਬਾਣੀ ਵਾਲੇ ਪਾਸੇ ਆਪਾਂ ਆਉਂਦੇ ਹਾਂ। 10ਵੇਂ ਪਾਤਸ਼ਾਹ ਜੀ ਨੇ ਜੋ ਸਾਡੇ 'ਤੇ ਕਿਰਪਾ ਕੀਤੀ, ਜੋ ਬਚਨ ਕੀਤੇ ਹੋਏ ਨੇ, ਉਹਨਾਂ ਬਚਨਾਂ ਤੋਂ ਅਸੀਂ ਟੋਟਲੀ ਮੁਨਕਰ ਹੋ ਚੁੱਕੇ ਹਾਂ, ਪਰ ਉਹ ਪਛਤਾਇਆ ਨਹੀਂ। 10ਵੇਂ ਪਾਤਸ਼ਾਹ ਪਛਤਾਏ? ਕਦੀ ਕਿਹਾ ਉਹਨਾਂ ਨੇ ਵੀ ਐਵੇਂ 4 ਸਾਹਿਬਜ਼ਾਦੇ ਵਾਰ ਦਿੱਤੇ? ਕਦੀ ਵੀ ਨਹੀਂ ਕਿਹਾ। ਜੇ ਉਹ ਪਛਤਾਉਂਦੇ ਤਾਂ ਸਾਨੂੰ ਨਾਲ ਜੋੜ ਕੇ ਨਾ ਰੱਖਦੇ। ਹੁਣ ਤੱਕ ਵੀ ਨਹੀਂ ਪਛਤਾਉਂਦੇ, ਨਾ ਉਹਨਾਂ ਪਛਤਾਏ ਨਹੀਂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ, ਕਿਉਂਕਿ ਸਾਨੂੰ ਨਾਲ ਜੋੜ ਕੇ ਰੱਖਿਆ ਹੋਇਆ। ਜਿਹੜਾ ਵੀ ਬਾਣੀ ਦੇ ਨਾਲ ਜੁੜਦਾ, ਮਹਾਰਾਜ ਅੱਜ ਵੀ ਉਹਦੇ 'ਤੇ ਰਹਿਮਤਾਂ ਕਰਦੇ ਨੇ, ਬਖਸ਼ਿਸ਼ਾਂ ਕਰਦੇ ਨੇ। ਜੇ ਅਸੀਂ ਗਲਤੀਆਂ ਕਰਕੇ ਫਿਰ ਮਹਾਰਾਜ ਕੋਲ ਭੁੱਲ ਮੰਗ ਲਈਏ ਸੱਚੇ ਪਾਤਸ਼ਾਹ ਜੀ ਦੇ ਕੋਲ, ਮਹਾਰਾਜ ਸਾਨੂੰ ਮਾਫ ਕਰਦੇ ਨੇ, ਪਛਤਾਉਂਦੇ ਨਹੀਂ 10ਵੇਂ ਪਾਤਸ਼ਾਹ ਜੀ ਮਹਾਰਾਜ। ਸੋ ਵਡਿਆਈ ਵੱਡੀ ਪਰ ਦੇ ਨਾ ਪਛਤਾਏ, ਉਹ ਦਾਤਾਂ ਦੇ ਕੇ ਕਦੀ ਪਛਤਾਇਆ ਨਹੀਂ, ਨਾ ਪਛਤਾਉਂਦੇ ਨੇ। ਹਾਂ ਹਾਰ ਕੈ ਸਦ ਬਲਿਹਾਰਣਾ, ਜਿਤ ਸੇਵਿਐ ਸੁਖ ਪਾਏ। ਹਰੀ ਤੋਂ ਹਮੇਸ਼ਾ ਬਲਿਹਾਰ, ਪ੍ਰਮਾਤਮਾ ਤੋਂ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਜਿਸ ਦੀ ਸੇਵਾ ਕਰਨ ਦੇ ਨਾਲ ਹਮੇਸ਼ਾ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਗੁਰਮੁਖ ਮਿਲ ਰਹੈ, ਹਉਮੈ ਸ਼ਬਦ ਜਲਾਏ। ਜਿਨ੍ਹਾਂ ਨੇ ਆਪਣੀ ਹਉਮੈ ਨੂੰ ਸ਼ਬਦ ਦੇ ਨਾਲ ਸਾੜ ਲਿਆ, ਖਤਮ ਕਰ ਲਿਆ, ਉਹ ਫਿਰ ਗੁਰੂ ਦੁਆਰਾ ਉਹਨਾਂ ਦਾ ਸदैਵੀ ਮੇਲ ਜਿਹੜਾ ਆ ਉਹ ਪਰਮਾਤਮਾ ਦੇ ਵਿੱਚ ਹੁੰਦਾ। ਜਿੰਨਾ ਚਿਰ ਹਉਮੈ
ਉਹਨਾਂ ਚਿਕਰ ਮੇਲ ਅਸੰਭਵ ਹੈ। ਅਸੰਭਵ ਨਹੀਂ, ਹੋ ਹੀ ਨਹੀਂ ਸਕਦਾ ਜਿੰਨਾ ਚਿਕਰ ਹਉਮੈ। ਹਉਮੈ ਨੂੰ ਗੁਰੂ ਦੇ ਸ਼ਬਦ ਦੇ ਨਾਲ ਜਲਾਉਣਾ ਪੈਣਾ, ਸਾੜਨਾ ਪੈਣਾ। ਸ਼ਬਦ ਸਾੜ ਦਿੰਦਾ। ਸ਼ਬਦ ਦਾ ਅਭਿਆਸ ਕਰੋ, ਸ਼ਬਦ ਦੀ ਵਿਚਾਰ ਕਰੋ, ਅਤੇ ਸ਼ਬਦ ਹਉਮੈ ਨੂੰ ਸਾੜ ਦਿੰਦਾ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਸੇਵਾ ਤੇ ਵਿੱਚ ਤਾਂ ਆਪ ਹੀ ਲਾਉਂਦਾ ਨਾ, ਇਹ ਵੀ ਉਹਦੀ ਬਖਸ਼ਿਸ਼ ਹੈ ਜਿਹੜਾ ਉਹਨੇ ਸਾਨੂੰ ਸੇਵਾ ਚਲਾ ਲਿਆ। ਸਾਡੇ ਕੋਲ ਚਾਹੇ ਲੰਗਰ ਦੀ ਸੇਵਾ ਕਰਾਉਂਦਾ, ਸ਼ਬਦ ਦੀ ਸੇਵਾ ਕਰਾਉਂਦਾ, ਜੋ ਵੀ ਸੇਵਾ ਕਰਾ ਰਿਹਾ ਇਹ ਉਹਦੀ ਬਖਸ਼ਿਸ਼ ਹੈ। ਉਹਦੀ ਬਖਸ਼ਿਸ਼ ਤੋਂ ਬਿਨਾਂ ਅਸੀਂ ਸੇਵਾ 'ਚ ਲੱਗੇ ਨਹੀਂ ਸਕਦੇ। ਪਾਤਸ਼ਾਹ ਕਹਿੰਦੇ ਸਭਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ। ਸਭਨਾ ਦੀ ਮਾਂ ਵੀ ਆਪ ਹੈ ਅਤੇ ਪਿਓ ਵੀ ਆਪ ਹੈ। ਸੋ ਜੋ ਮਾਂ ਦੇ ਫਰਜ਼ ਨੇ, ਮਾਂ ਪੈਦਾ ਕਰਦੀ ਹੈ, ਬੱਚੇ ਦੀ ਪਾਲਣ ਪੋਸ਼ਣ ਕਰਦੀ ਹੈ। ਅਕਾਲ ਪੁਰਖ ਪਰਮਾਤਮਾ ਪੈਦਾ ਕਰਦਾ, ਪਾਲਣ ਪੋਸ਼ਣ ਉਹ ਕਰਦਾ। ਮਾਂ ਦੀ ਵੀ ਮਾਂ ਆ, ਸਾਡੀ ਮਾਂ ਦੀ ਵੀ ਮਾਂ ਆ। ਸੋ ਇਸ ਕਰਕੇ ਸਭਨਾ ਕਾ ਮਾਂ ਪਿਓ ਤਦੇ ਕਹਤਾ ਨਾ। ਸੋ ਮਾਂ ਧਰਤੀ ਹੈ, ਪਿਓ ਆਸਮਾਨ ਹੈ। ਧਰਤੀ ਵੀ ਆਪ ਹੈ, ਆਸਮਾਨ ਵੀ ਆਪ ਹੈ। ਵੀ ਆਸਮਾਨ ਨੇ ਸਾਰੀ ਧਰਤੀ ਨੂੰ ਆਪਣੀ ਬੁੱਕਲ 'ਚ ਲਿਆ ਹੋਇਆ, ਇਸੇ ਤਰ੍ਹਾਂ ਬਾਪ ਹੈ। ਸੋ ਉਸਨੇ ਸਾਨੂੰ ਸਾਡੀ ਆਪਣੀ ਬੁੱਕਲ ਵਿੱਚ ਲਿਆ ਹੋਇਆ ਹੈ। ਸਭਨਾ ਕਾ ਮਾਂ ਪਿਓ ਆਪ ਹੈ। ਕਹਿੰਦੇ ਸਾਰਿਆਂ ਦੀ ਮਾਂ ਵੀ ਤੂੰ ਆਪ ਹੈ, ਬਾਪ ਵੀ ਤੂੰ ਆਪ ਹੈ। ਆਪੇ ਸਾਰ ਕਰੇ, ਸਭਨਾ ਦੀ ਸੰਭਾਲ ਕਰਦਾ ਪਿਆ। ਨਾਨਕ ਨਾਮ ਧਿਆਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ। ਪਾਤਸ਼ਾਹ ਕਹਿੰਦੇ ਜਿਹੜੇ ਨਾਮ ਨੂੰ ਧਿਆਉਂਦੇ ਨੇ ਉਹਨਾਂ ਦਾ ਆਪਣੇ ਨਿਜ ਘਰ ਵਿੱਚ ਵਾਸਾ। ਨਿਜ ਘਰ ਹਿਰਦੇ ਨੂੰ ਕਿਹਾ ਹੋਇਆ। ਨਿਜ ਘਰ ਸੱਚਖੰਡ ਹੈ। ਜਦੋਂ ਆ ਸਰੀਰ ਨੇ ਛੁੱਟਣਾ ਹੈ ਫਿਰ ਜੇ ਤਾਂ ਜਿਹੜਾ ਆਪਣੇ ਹਿਰਦੇ ਘਰ ਵਿੱਚ ਵੱਸਦਾ ਸਰੀਰ ਦੇ ਹੁੰਦੇ ਆ ਉਹਨੂੰ ਆਪਣਾ ਘਰ ਮਿਲ ਗਿਆ, ਅੰਦਰ ਬੈਠਦਾ ਆਪਣੇ, ਅਤੇ ਉਹਨੂੰ ਹੀ ਸੱਚਖੰਡ ਮਿਲਦਾ ਕਿਉਂਕਿ ਨਿਜ ਘਰ ਦਾ ਵਾਸੀ ਹੈ। ਜਿਹੜਾ ਸਾਡਾ ਅੰਦਰਲਾ ਸੂਖਸ਼ਮ ਹੈ ਇਹ ਸੱਚਖੰਡ ਦਾ ਮਾਡਲ ਹੀ ਹੈ। ਸੋ ਅੰਦਰ ਜੋ ਅੰਦਰ ਸੁੱਖ ਹੈ ਬਾਹਰ ਸੁੱਖ ਹੈ ਹੀ ਨਹੀਂ। ਇਸ ਤਰ੍ਹਾਂ ਜੋ ਸੱਚਖੰਡ 'ਚ ਸੁੱਖ ਹੈ ਉਹ ਕਿਸੇ ਵੀ ਪੁਰੀ ਵਿੱਚ ਹੈ ਨਹੀਂ, ਜਿੰਨੀਆਂ ਵੀ ਪੁਰੀਆਂ ਬਣੀਆਂ ਹੋਈਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ। ਜਿਹੜੇ ਆਪਣੇ ਨਿਜ ਘਰ ਵਿੱਚ ਵਸਦੇ ਨੇ ਉਹਨਾਂ ਦੀ ਜੁਗਾਂ ਜੁਗਾਂਤਰਾਂ ਵਿੱਚ ਸੋਭਾ ਹੁੰਦੀ। ਹਰੇਕ ਯੁੱਗ ਵਿੱਚ ਸੋਭਾ ਹੁੰਦੀ, ਚਾਹੇ ਉਹ ਸਤਯੁੱਗ, ਤ੍ਰੇਤਾ, ਦੁਆਪਰ, ਕਲਯੁੱਗ। ਹੁਣ ਘੋਰ ਕਲਯੁੱਗ ਬੜਾ ਭਿਆਨਕ ਕਲਯੁੱਗ ਹੈ, ਪਰ ਜਿਹੜੇ ਆਪਣੇ ਨਿਜ ਘਰ ਵਿੱਚ ਬੈਠੇ ਉਹਨਾਂ ਦੀ ਸੋਭਾ ਹੋ ਰਹੀ ਹੈ ਔਰ ਰਹਿੰਦੀ ਦੁਨੀਆ 'ਤੇ ਹੋਣੀ ਹੈ। ਪੌੜੀ। ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ। ਹੇ ਕਰਤੇ ਤੂੰ ਕਰਨ ਕਾਰਨ ਸਮਰੱਥ ਹੈ, ਸਾਰੇ ਕਾਰਨ ਤੇਰੇ ਵਸ ਨੇ, ਸਭ ਕੁਝ ਤੂੰ ਕਰ ਸਕਦਾ। ਮੈਂ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਹੈ ਹੀ ਨਹੀਂ ਹੈ। ਪ੍ਰਤੱਖ ਰੂਪ ਦੇ ਵਿੱਚ ਮਿਸਾਲ ਗੁਰੂ ਕਲਗੀਧਰ ਮਹਾਰਾਜ ਦਾ ਜੀਵਨ ਪੜ੍ਹੋ, ਉਹ ਕਰਨ ਕਾਰਨ ਸਮਰੱਥ ਹੋਏ ਨੇ। ਕਰਨ ਕਾਰਨ, ਜੇ ਕਰਨ ਕਾਰਨ ਸਮਰੱਥ ਨਾ ਹੁੰਦੇ, ਜਿੱਦਾਂ ਆਨੰਦਪੁਰ ਦਾ ਕਿਲ੍ਹਾ ਛੱਡਿਆ, ਸਰਸਾ ਨੂੰ ਪਾਰ ਕਰਨਾ, ਚਮਕੌਰ ਦਾ ਯੁੱਧ ਕਰਨਾ, ਉੱਥੋਂ ਫੇਰ ਗਾਹਾਂ ਨਿਕਲ ਜਾਣਾ, ਫੇਰ ਨੰਦੇੜ ਦੀ ਧਰਤੀ 'ਤੇ ਪਹੁੰਚਣਾ, ਪੂਰੇ ਹਿੰਦੁਸਤਾਨ ਦੀ ਹਕੂਮਤ ਮਗਰ ਲੱਗੀ ਹੋਈ ਹੋਵੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਸ਼ਰੇਆਮ ਵਿਚਰਦੇ ਪਏ, ਕੋਈ ਪਕੜ ਸਕੇ ਨਹੀਂ ਪਕੜ ਸਕੇ। ਕਾਰਨ ਹੀ ਐਸੇ ਵੀ ਬਣਾ ਦਿੱਤੇ, ਕਰਨ ਕਾਰਨ ਸਮਰੱਥ ਨੇ। ਪਰਿਵਾਰ ਤਾਂ ਵਾਰਨਾ ਸੀ ਉਹਨਾਂ ਨੇ, ਪਰਿਵਾਰ ਤਾਂ ਵਾਰਨੇ ਤਾਂ ਪਹਿਲਾਂ ਹੀ ਮਾਤਾ ਜੀਤ ਕੌਰ ਨੂੰ ਬਾਹਰਾਂ ਨੇ ਦਿਖਾਲ ਦਿੱਤਾ ਸੀਗਾ। ਜਦੋਂ ਮਾਤਾ ਆਨੰਦਪੁਰ ਸਾਹਿਬ ਦੇ ਬਚਨ ਹੋਏ ਸੀ, ਆਨੰਦਪੁਰ ਸਾਹਿਬ ਜਦੋਂ ਮਾਤਾ ਜੀਤ ਕੌਰ ਨੇ ਕਿਹਾ ਸੀਗਾ ਵੀ ਹੁਣ ਸਾਹਿਬਜ਼ਾਦਿਆਂ ਦੇ ਰਿਸ਼ਤੇ ਵੇਖੀਏ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇ ਚਾਰ ਹੀ ਮੰਗ ਦਿੱਤੇ, ਕਹਿੰਦੇ ਚਾਰ ਹੀ। ਕਿੱਥੇ ਮਹਾਰਾਜ ਕਹਿੰਦੇ ਦਸੀਏ ਜਾਂ ਦਿਖਾਲ ਦਈਏ। ਉਹ ਬੜੀ ਖੁਸ਼ ਮਾਤਾ ਕਹਿੰਦੀ ਜੀ ਦਿਖਾਲ ਦਾ ਤਾਂ ਹੋਰ ਕੀ ਚਾਹੀਦਾ। ਮਹਾਰਾਜ ਨੇ ਫਿਰ ਜਦੋਂ ਦਿਖਾਲਿਆ ਨਾ, ਅਤੇ ਦੋ ਵੱਡੇ ਸਾਹਿਬ ਜਿਹੜੇ ਚਮਕੌਰ ਵਿੱਚ ਸ਼ਹੀਦ ਹੁੰਦੇ ਪਏ ਆ, ਅਤੇ ਦੋ ਨਿੱਕੇ ਸਰਹੰਦ ਦੀਆਂ 'ਚ, ਅਤੇ ਉਹ ਜਦੋਂ ਸ਼ਹਾਦਤਾਂ ਦੇਖੀਆਂ ਫਿਰ ਹੀ ਮਾਤਾ ਜੀਤ ਕੌਰ ਨੇ ਕਿਹਾ ਸੀ ਵੀ ਮੇਰੇ ਕੋਲ ਨਹੀਂ ਇਹ ਦੇਖਿਆ ਜਾਣਾ,
ਮੈਨੂੰ ਆਗਿਆ ਦਿਓ। ਫਿਰ ਸੱਚਖੰਡ ਨੂੰ ਮਾਤਾ ਜੀਤ ਕੌਰ ਜੀ ਪਹਿਲੋਂ ਹੀ ਚਲ ਗਏ ਸੀ। ਸੋ ਕਰਨ ਕਾਰਨ ਸਮਰੱਥ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ। ਹੁਣ ਨਹੀਂ ਸੀ ਇਸ ਭਾਣੇ ਨੂੰ ਉਹਨਾਂ ਨੇ ਨਹੀਂ ਸੀ ਮੋੜਨਾ, ਸਾਹਿਬ ਜੀ ਨੇ ਨਹੀਂ ਸੀ ਮੋੜਨਾ। ਨਹੀਂ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਸੀ, ਕਹਿਣਾ ਬਗਾਨੀਆਂ ਮਾਵਾਂ ਦੇ ਪੁੱਤ ਮਰਾਤੇ ਤੇ ਆਪਣੇ ਬਚਾ ਕੇ ਰੱਖ ਲੈ। ਇੱਕ ਵੀ ਨਹੀਂ ਬਚਾਇਆ, 4 ਸੀਗੇ, ਇੱਕ ਵੀ ਬਚਾਇਆ ਨਹੀਂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਅੱਜ ਕੋਈ ਉਂਗਲ ਨਹੀਂ ਕਰ ਸਕਦਾ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਭਲਾ। ਜੇ ਹੁਣ ਅਨੰਦਪੁਰ ਦਾ ਕਿਲ੍ਹਾ ਛੱਡਦੇ ਆ ਤੇ ਇੰਨੀ ਗੱਲ ਨਹੀਂ ਕੋਈ ਕਹਿ ਸਕਦਾ ਵੀ ਜੋ ਸਮਰੱਥਾ ਦੇ ਮਾਲਕ ਸੀ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਵੀ ਉਹਨਾਂ ਨਾਲ ਧੋਖਾ ਹੋਣਾ। ਉਹਨਾਂ ਨੇ ਕਿਉਂ ਕਿਲ੍ਹਾ ਛੱਡਿਆ? ਉਹ ਮਹਾਰਾਜ ਨੇ ਕਿਲ੍ਹਾ ਤਾਂ ਛੱਡਣਾ ਹੀ ਸੀਗਾ, ਪਰ ਕੱਲ੍ਹ ਨੂੰ ਕੋਈ ਉਂਗਲ ਨਾ ਕਰੇ ਪੂਰਨਤਾ ਉੱਤੇ, ਸਰਬਕਤਾ ਦੇ ਉੱਤੇ। ਇਸ ਕਰਕੇ ਮਹਾਰਾਜ ਨੇ ਉਹਨਾਂ ਨੂੰ ਸਾਥੀਆਂ ਨੂੰ ਦਿਖਾ ਲਿਆ, ਸਮਝਾਇਆ ਵੀ ਬੜਾ। ਮਹਾਰਾਜ ਕਹਿੰਦੇ ਭਾਈ ਆਹ ਕੁਝ ਹੋਣਾ, ਆਹ ਕੁਝ ਹੋਣਾ। ਇਸ ਕਰਕੇ ਕੋਈ ਕਹਿ ਨਹੀਂ ਸਕਦਾ, ਉਹਨਾਂ ਦੇ ਸਾਰੇ ਜੀਵਨ ਵੱਲ ਕੋਈ ਉਂਗਲੀ ਨਹੀਂ ਚੱਕ ਸਕਦਾ। ਗੁਰੂ ਕਲਗੀਧਰ ਮਹਾਰਾਜ ਦੇ ਜੀਵਨ ਵੱਲ ਕਰਨ ਕਾਰਨ ਸਮਰੱਥ ਸੱਚੇ ਪਾਤਸ਼ਾਹ। ਅੱਜ ਵੀ ਮਹਾਰਾਜ ਨੇ ਜੇ ਭਜਨ ਕੀਤੇ ਨੇ ਵੀ ਤਬ ਲਗ ਤੇਜ ਦਿਓ ਮੈਂ ਸਹਾਰਾ। ਅਤੇ ਜੇ ਹੁਣ ਸੱਚਮੁੱਚ ਖਾਲਸਾ ਸੋ ਰਹਿਤ ਮਰਜ਼ਾਦਾ ਵਿੱਚ ਪੂਰਾ, ਅਤੇ ਮਹਾਰਾਜ ਤੇਜ ਅੱਜ ਵੀ ਦੇ ਰਹੇ ਨੇ, ਅੱਜ ਵੀ ਤੇਜ ਦਿੰਦੇ ਨੇ। ਕਹਿੰਦੇ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਅਕਾਲ ਪੁਰਖ ਨੂੰ ਗੁਰੂ ਕਲਗੀਧਰ ਮਹਾਰਾਜ ਨੇ ਕਰਨ ਕਾਰਨ ਸਮਰੱਥ ਮੰਨਿਆ। ਹੋਰ ਕਿਸੇ ਦੀ ਕਾਣ ਕਢਾਉਣ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਨੀ। ਅਤੇ ਤੇਰੇ ਤੋਂ ਬਿਨਾਂ ਕਹਿੰਦਾ ਮੇਰਾ ਕੋਈ ਨਹੀਂ। ਸੱਚਮੁੱਚ ਸਾਰਾ ਪਰਿਵਾਰ ਵਾਰਿਆ ਸਾਹਿਬਾਂ ਨੇ, ਅਤੇ ਉਹਨੂੰ ਹਮੇਸ਼ਾ ਹੀ ਨਾਲ ਰੱਖਿਆ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸ਼ਬਦ ਪੜ੍ਹੋ। ਅਤੇ ਮੈਂ ਕੌਣ ਨਾਲ ਆ? ਕੌਣ ਨਾਲ ਹੈ? ਮਹਾਰਾਜ ਪਾਤਸ਼ਾਹ ਜੀ ਦੇ। ਅਤੇ ਉਹੀ ਇੱਕੋ ਹੀ ਨਾਲ ਆ ਬਸ। ਉਹਦੇ ਲੜ ਲਾਇਆ ਸਾਨੂੰ ਵੀ ਮਹਾਰਾਜ ਨੇ, ਸਾਨੂੰ ਵੀ ਤਾਂ ਉਹਦੇ ਲੜ ਲਾਇਆ, ਪ੍ਰਮਾਤਮਾ ਦੇ ਲੜ ਲਾਇਆ ਮਹਾਰਾਜ ਨੇ। ਤੁਧ ਆਪੇ ਸਿਸ਼ਟ ਸਿਰਜੀਆ, ਆਪੇ ਫੁਨ ਗੋਈ। ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਆਪ ਹੈ, ਅਤੇ ਸ੍ਰਿਸ਼ਟੀ ਨੂੰ ਖਤਮ ਕਰਨੇ ਵਾਲਾ ਵੀ ਆਪ ਹੈ। ਗੋਈ ਖਤਮ ਕਰ ਦੇਣਾ, ਸਮੇਟ ਲੈਣਾ। ਔਰ ਹਰ ਰੋਜ਼ ਜਨਮ ਹੈ ਅਤੇ ਹਰ ਰੋਜ਼ ਮੌਤ ਹੈ। 84 ਲੱਖ ਜੋ ਜੂਨ ਬਣਾਈ ਹੈ ਨਾ ਪ੍ਰਮਾਤਮਾ ਨੇ, ਸੋ ਉਹ ਉਹਨਾਂ ਦੇ ਵਿੱਚੋਂ ਹਰ ਰੋਜ਼ ਉਪਜ ਹੈ ਅਤੇ ਹਰ ਰੋਜ਼ ਮੌਤ ਹੈ। ਹਰ ਰੋਜ਼ ਸੂਰਜ ਚੜ੍ਹਦਾ ਅਤੇ ਰੋਜ਼ ਸੂਰਜ ਡੁੱਬਦਾ। ਇਹ ਨਾ ਫੁੰਨ ਗੋਈ, ਪਹਿਲੋਂ ਚਾਨਣ ਕਰ ਦਿੱਤਾ ਸੂਰਜ ਦੇ ਨਾਲ, ਬਾਅਦ 'ਚ ਸੂਰਜ ਨੂੰ ਛੁਪਾ ਦਿੱਤਾ, ਫੁੰਨ ਗੋਈ ਕਰਤਾ, ਖਤਮ ਕਰ ਦਿੱਤਾ, ਨਿਮੇੜ ਦਿੱਤਾ। ਸੋ ਕਰਨ ਕਾਰਨ ਸਮਰੱਥ ਹੈ ਨਾ। ਜਦੋਂ ਬੰਦੇ ਦੇ ਬਸ ਵਿੱਚ ਇਹ ਚੀਜ਼ਾਂ ਹੈ ਨਹੀਂ। ਜਦੋਂ ਸ੍ਰਿਸ਼ਟੀ ਨੂੰ ਨੇ ਖਤਮ ਕਰਨਾ, ਕੀ ਪਤਾ ਕਾਹਦੀ ਪਰਲੇ ਲਿਆਉਣੀ ਆ। 5 ਤੱਤ ਨੇ, 5 ਤੱਤਾਂ ਵਿੱਚੋਂ ਪਤਾ ਨਹੀਂ ਕਿਹਦੀ ਪਰਲੇ ਲੈ ਹੋਣੀ ਇਸਨੇ। ਅੱਗ ਦੀ ਆ ਸਕਦੀ, ਪਾਣੀ ਦੀ ਆ ਸਕਦੀ, ਹਵਾ ਦੀ ਆ ਸਕਦੀ, ਕਿਸੇ ਦੀ ਵੀ ਪਰਲੇ ਲਿਆ ਸਕਦਾ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋਈ। ਉਸੇ ਦਾ ਹੀ ਹੁਕਮ ਵਰਤਦਾ। ਇੱਥੇ ਸ਼ਬਦ ਤੋਂ ਭਾਵ ਹੁਕਮ ਆਵੇਗਾ। ਕਿੱਥੇ ਸ਼ਬਦ ਦਾ ਅਰਥ ਹੁੰਦਾ ਉਪਦੇਸ਼ ਹੁੰਦਾ, ਕਿੱਥੇ ਸ਼ਬਦ ਦਾ ਅਰਥ ਆਪ ਗੁਰੂ ਹੁੰਦਾ। ਸੋ ਜਿੱਥੇ ਕਿੱਥੇ ਸ਼ਬਦ ਦਾ ਅਰਥ ਚਰਨ ਹੁੰਦੇ ਨੇ, ਸੋ ਇੱਥੇ ਸ਼ਬਦ ਦਾ ਅਰਥ ਹੁਕਮ ਹੈ। ਕਿਉਂਕਿ ਗੁਰਬਾਣੀ ਜਦ ਗੁਰਬਾਣੀ ਹੈ ਹੀ ਸਾਰਾ ਕੁਝ, ਅਤੇ ਪ੍ਰਕਰਨ ਦੇ ਹਿਸਾਬ ਨਾਲ ਫਿਰ ਅਰਥ ਲੱਗਦੇ ਆ। ਸਭ ਇੱਕੋ ਸ਼ਬਦ ਵਰਤਦਾ, ਉਸੇ ਦਾ ਹੀ ਹੁਕਮ ਸਾਰਿਆਂ 'ਤੇ ਵਰਤਦਾ ਪਿਆ। ਜੋ ਕਰੇ ਸੋ ਹੋਈ, ਜੋ ਉਹ ਕਰਨਾ ਚਾਹੁੰਦਾ ਉਹੀ ਹੋ ਰਿਹਾ, ਕਿਉਂਕਿ ਅਸੀਂ ਸਾਰੇ ਉਹ ਕਰਦੇ ਨੇ, ਉਹਦੇ ਮੁਤਾਬਕ ਕਰਦੇ ਪਏ ਹਨ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਜਿਹੜੇ ਗੁਰੂ ਦੁਆਰਾ ਹਰੀ ਨੂੰ ਪਾ ਲੈਂਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਨੂੰ ਉਹ ਵਡਿਆਈ ਦਿੰਦਾ। ਸੋ ਗੁਰਮੁਖ ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਜਿਹੜੇ ਗੁਰੂ ਨੂੰ ਵਡਿਆਈ ਦਿੰਦੇ ਨੇ, ਹਰੀ ਨੂੰ ਉਹ ਪਾਉਂਦੇ ਨੇ। ਜਿਹੜੇ ਗੁਰੂ ਦੀ ਸਿਫਤ ਸਲਾਹ ਕਰਦੇ ਨੇ, ਹਰੀ ਨੂੰ ਉਹ ਪਾਉਂਦੇ ਨੇ। ਕਹਿੰਦੇ ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਗੁਰੂ ਦੇ ਦੁਆਰਾ ਸੋ ਪਰਮਾਤਮਾ ਪਰਮੇਸ਼ਰ ਦੀ ਆਰਾਧਨਾ ਕੀਤੀ,
ਸਭ ਆਖੋ ਧੰਨ 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 ਗੁਰ ਸੋਈ, ਸੁਧ ਸਾਰੇ ਜਾਣੇ ਉਸੇ ਨੂੰ ਹੀ ਧੰਨ 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 ਆਖੋ। ਹੁਣ ਜਿਨ੍ਹਾਂ ਨੇ ਪਾਇਆ, ਜਿਵੇਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਵੀ ਮੈਂ ਤਾਂ ਗੁਰੂ ਦੇ ਦੁਆਰਾ ਪਾਇਆ ਨਾ, ਅਤੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਅਰਾਧਨਾ ਸਿਖਾਲੀ ਆ ਗੁਰੂ ਅਮਰਦਾਸ ਜੀ ਨੇ। ਮੈਂ ਤਾਂ ਗੁਰੂ ਅਮਰਦਾਸ ਜੀ ਨੂੰ ਧੰਨ ਆਖਦਾ। ਮੈਂ ਧੰਨ 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 ਧੰਨਿਆ ਗੁਰੂ ਨਾਨਕ ਦੇਵ, ਧੰਨ ਗੁਰੂ ਅੰਗਦ ਦੇਵ, ਧੰਨ ਗੁਰੂ ਅਮਰਦਾਸ। ਸੋ ਮੈਂ ਤਾਂ ਤ੍ਰੈ ਕਾਲ ਹੀ ਗੁਰੂ ਨੂੰ ਧੰਨ ਆਖਦਾ, ਕਿਉਂਕਿ ਗੁਰੂ ਦੁਆਰਾ ਹੀ ਮੈਨੂੰ ਸ਼ੁੱਧਤਾ ਪ੍ਰਾਪਤ ਹੋਈ ਹੈ, ਪਵਿੱਤਰਤਾ ਪ੍ਰਾਪਤ ਹੋਈ ਹੈ। ਤਨ ਅਤੇ ਮਨ ਜਿਹੜਾ ਆ ਉਹ ਨਿਰਮਲ ਹੋਇਆ ਹੈ। ਮਹਾਰਾਜ ਨੇ ਮਿਹਰ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸੋ 29 ਕੁੱਲ ਸ਼ਬਦ ਹੋਏ ਆ ਇਸ ਸੋਰਠ ਦੀ ਵਾਰ ਦੇ ਵਿੱਚ। ਗੁਰੂ ਕਿਰਪਾ ਕਰੇ ਹੁਣ ਭਗਤਾਂ ਦੀ ਬਾਣੀ ਆਰੰਭ ਹੋਵੇਗੀ। ਸੋ ਕੱਲ੍ਹ ਤੋਂ ਭਗਤਾਂ ਬਾਣੀ ਦਾ ਸੋ ਪਹਿਲਾ ਸ਼ਬਦ ਜਿਹੜਾ ਸੋਰਠ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਦਾ ਹੈ। ਸੋ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ। ਸੋ ਇਸ ਦੀ ਵਿਚਾਰ ਕੀਤੀ ਜਾਵੇਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਵਿਆਹ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦ ਉਥਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੁ ਹਰਿ ਨਾਲੇ, ਹਰਿ ਨਾਲ ਰਹਾਂ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋਂ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋਖਿਓ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਭਾਵੇਂ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨਿਆ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਕਰ ਵਟਾਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ। ਪੰਜ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤ੍ਰਿਜਨ ਕੋ ਸੇ ਨਾਮ, ਹਰ ਕੇ ਲਾਗੇ। ਕਹਿ ਨਾਨਕ ਤੈਸ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ, ਸਰਸੇ ਪੂਰੇ ਗੁਰਤੇ ਜਾਣੀ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਆਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤਾਨੇ ਤੁਮਰਾ ਅੰਤ ਚੇਤੇ, ਊਚਾ ਭਗਵੰਤ ਸਗਲ ਸਮਗਰੀ। ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਸਹਾਇ ਵਾਰ ਸ੍ਰੀ ਗੁਰੂ ਜੀ ਕੀ ਪਾਤਸ਼ਾਹ ਦਸ਼ਮੀ ਗੁਰੂ ਜੀ ਸੰਤਾਂ ਗੁਰੂ ਨਾਨਕ ਦੇਵ ਜੀ ਆਏ। ਤਿਰੰਗਨ ਗੁਰੂ ਅਮਰਦਾਸ ਰਾਮ ਦਾਸ ਸਹਾਇ ਅਤੇ ਹਾਲੋ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਜੈ ਜੈ ਜਿਥੇ ਸਾਧ ਜਾਇ ਤੇ ਵਾਰ ਸੇ ਸਾਵਧਾਈ ਹੋਈ ਸਹਾਇ। ਸ੍ਰੀ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਹਾਇ।
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਪ੍ਰਕਾਸ਼ ਸਾਡੀ ਬੋਲੋ ਜੀ। ਵਾਹਿਗੁਰੂ। ਪੰਜਾਂ ਪਿਆਰਿਆਂ 64 ਦੇ 40 ਮੁਕਤਿਆਂ ਖੁਸ਼ੀਆਂ ਜਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਚਿਆ ਦੀ ਜਲਾਈ ਦੇਖਭਾਲ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਪ੍ਰਕਾਸ਼ ਸਾਡੀ ਬੋਲੋ ਜੀ। ਵਾਹਿਗੁਰੂ। 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 ਸਿੱਖਾਂ ਦਾ ਮਾਨੀ ਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਨਿਤਨੇਮ ਦੀਆਂ ਬਾਣੀਆਂ ਦੀ ਜਾਪ ਹੋਈ ਆਸਾ ਜੀ ਦੀ ਬਾਤ ਦੇ ਸ਼ਬਦ ਦੀ ਵਿਚਾਰ ਦੇ ਅਨੰਦ ਸਾਹਿਬ ਦੇ ਛੇ ਪੌੜੀਆਂ ਦੇ ਨਾਮ ਬਾਣੀ ਦਾ ਮਹੱਤਵ ਆਈਆਂ ਸੰਗਤਾਂ ਨੂੰ ਬਖਸ਼ਣਾ ਤੇ ਸਰਬੱਤ ਸੰਤਾਂ ਦੀਆਂ ਕਾਮਨਾਵਾਂ ਬਖਸ਼ੀਆਂ ਦਾ ਬੜਾ ਪ੍ਰਸ਼ਾਦੇ ਦੇ ਜੋ ਲਿਖਿਆ ਆਪ ਦਾ ਗੁਰੂ ਜੀ ਸਹੀ ਪਿਆਰੇ ਕਰਨੇ ਜਿਹਨਾਂ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਬੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਂ ਲੈ ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋਤਰੇ ਪਾਰ ਗੁਰੂ ਪਾਰ ਉਤਾਰਨ ਹਾਰ ਕਲਗੀ ਸੋਏ ਸੀਸ ਗੁਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਮੁਰਬਿਤ ਪੂਰਵ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਿਵੇਣੀ ਭੈ ਪੁੰਨ ਦਾਨ ਦਿਨ ਕਰਤ ਬਿਤੈ ਤੇहि ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਸੋ ਕਾਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ
ਤੋਦ ਡਿਠੇ ਸੱਚੇ ਪਾਤਸ਼ਾਹ ਮਾਲ ਜਾਨਮ ਜਨਮ ਦੀ ਕੱਟੀ। ਵਾਹਿਗੁਰੂ ਜੀ। ਰਾਗ ਸੂਹੀ ਮਹੱਲਾ ਪੰਜਵਾਂ। ਘਰ ਪੰਜਵਾਂ। ਪੜਤਾਲ ਏਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲਿਖੈ। ਸੰਤ ਲਾਗ ਮਨ ਹੈ ਛਾੜ ਦੁਬਿਧਾ ਕੀ ਕੁਰੀਆ ਰਹਾ। ਨਿਰਗੁਣ ਹਰੀਆ ਸਰਗੁਣ ਧਰੀਆ ਅਨੇਕ ਕੋਠਰੀਆ। ਭਿੰਨ 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 ਕਰੀਆ ਵਿੱਚ ਮਨ ਕੋਟ ਵਰੀਆ। ਨਿਜ ਮੰਦਰ ਪ੍ਰਿਆ ਤਹ ਆਨੰਦ ਕਰੀਆ। ਨਹਿ ਮਰੀਆ ਨਹਿ ਜਰੀਆ। ਕੀਰਤਨ ਜੁਰੀਆ ਵਾਹ ਵਿਦ ਫਿਰੀਆ। ਪਰ ਕੋ ਹਿਰੀਆ ਬਿਖਨਾ ਘਿਰੀਆ। ਅਬ ਸਾਧੂ ਸੰਗ ਪਰੀਆ। ਹਰ ਦੁਆਰ ਕਰੀਆ ਦਰਸ਼ਨ ਕਰੀਆ। ਨਾਨਕ ਗੁਰ ਮੇਰੀਆ ਬਹੁਰ ਨ ਫਿਰੀਆ। ਅਬ ਸਾਧੂ ਸੰਗ ਪਰੀਆ। ਹਰ ਦੁਆਰ ਖਰੀਆ ਦਰਸ਼ਨ ਕਰੀਆ। ਨਾਨਕ ਗੁਰ ਮੇਰੀਆ ਬਹੁਰ ਨ ਫਿਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।